BA ਸਮੈਸਟਰ ਫਸਟ। ਟੌਪਿਕ ਮੀਰੀ ਪੀਰੀ। ਮੀਰੀ ਪੀਰੀ ਦੇ ਸਿਧਾਂਤ ਬਾਰੇ ਕੀ ਜਾਣਦੇ ਹੋ? ਇਸ ਦੀ ਵੱਖ-ਵੱਖ ਪੱਖਾਂ ਤੋਂ ਮਹੱਤਤਾ ਦੱਸੋ। ਜ਼ਿੰਦਗੀ ਦੇ ਦੋ ਮਾਰਗਾਂ ਦੀ ਪੁਰਾਤਨ ਭਾਰਤੀ ਪਰੰਪਰਾ ਵਿੱਚ ਵਧੇਰੇ ਚਰਚਾ ਮਿਲਦੀ ਹੈ। ਪਹਿਲਾ ਹੈ ਪ੍ਰਵਿਰਤੀ ਮਾਰਗ ਤੇ ਦੂਜਾ ਨਿਵ੍ਰਿਤੀ ਮਾਰਗ। ਪ੍ਰਵਿਰਤੀ ਮਾਰਗ ਵਾਲੇ ਆਪਣੇ ਅੰਤਿਮ ਉਦੇਸ਼ ਰਾਜ ਮੰਨਦੇ ਹਨ ਅਤੇ ਨਿਵ੍ਰਿਤੀ ਮਾਰਗ ਵਾਲਿਆਂ ਦਾ ਮਾਰਗ ਦੁਨਿਆਵੀ ਝੰਜਟਾਂ ਤੋਂ ਛੁਟਕਾਰਾ ਪਾ ਕੇ ਧਰਮ ਕਮਾਉਣਾ ਤੇ ਮੁਕਤੀ ਪ੍ਰਾਪਤ ਕਰਨੀ ਹੈ। ਸਿੱਖ ਮੱਤ ਵਿੱਚ ਇਸ ਨਾਲ ਮਿਲਦੀ ਜੁਲਦੀ ਸੰਸਥਾ ਮੀਰੀ ਪੀਰੀ ਹੈ, ਜਿਸ ਵਿੱਚ ਦੋਵੇਂ ਮਾਰਗਾਂ ਦਾ ਸੁਮੇਲ ਮਿਲਦਾ ਹੈ। ਹੇਠਾਂ ਅਸੀਂ ਮੀਰੀ ਪੀਰੀ ਸੰਸਥਾ ਸੰਬੰਧੀ ਵਿਚਾਰ ਕਰ ਰਹੇ ਹਾਂ। ਮੀਰੀ ਪੀਰੀ ਦੇ ਸ਼ਬਦੀ ਅਰਥ। ਅਰਬੀ ਭਾਸ਼ਾ ਦੇ ਅਮੀਰ ਦਾ ਲਘੂ ਰੂਪ ਮੀਰੀ ਪੀਰੀ ਹੈ। ਅਮੀਰ ਦਾ ਮੂਲ ਅਰਥ ਹੈ ਜਰਨੈਲ, ਮੁਖੀ ਹਾਕਮ, ਸੈਨਾਪਤੀ, ਸਰਦਾਰ, ਹੁਕਮ ਕਰਨ ਵਾਲਾ ਆਦਿ। ਇਹ ਸ਼ਬਦ ਇਸਲਾਮ ਦੀ ਸਥਾਪਨਾ ਦੇ ਲਈ ਸਾਲਾਂ ਪਿੱਛੋਂ ਤੱਥ ਵਰਤਿਆ ਜਾਂਦਾ ਰਿਹਾ। ਪੀਰੀ ਸ਼ਬਦ ਪੀਰ ਤੋਂ ਬਣਿਆ ਹੈ। ਪੀਰ ਸ਼ਬਦ ਤੋਂ ਭਾਵ ਪੂਜਨੀਕ ਵਿਅਕਤੀ ਹੁੰਦਾ ਹੈ। ਆਮ ਤੌਰ ਤੇ ਉੱਤੇ ਇਹ ਸ਼ਬਦ ਮੁਸਲਮਾਨ ਭਾਈਚਾਰੇ ਵਿੱਚ ਅਧਿਆਤਮਕ ਆਗੂ, ਪੁਰਸ਼ ਜਾਂ ਮੁਰਸ਼ਦ ਲਈ ਵਰਤਿਆ ਜਾਂਦਾ ਹੈ। ਮੀਰੀ ਪੀਰੀ ਦਾ ਸੰਕਲਪ। ਮੀਰੀ ਪੀਰੀ ਦੇ ਕਈ ਸੰਕਲਪ ਮਿਲਦੇ ਹਨ। ਡਾਕਟਰ ਆਹਲੂਵਾਲੀਆ ਅਨੁਸਾਰ ਮੀਰੀ ਪੀਰੀ ਦਾ ਕੇਂਦਰੀ ਰਹੱਸ ਸਿੱਖ ਲਹਿਰ ਦੇ ਵਿਕਾਸ ਵਿੱਚ ਕਈ ਰੂਪਾਂ ਵਿੱਚ ਕਈ ਸੰਕਲਪਾਂ ਰਾਹੀਂ ਉਜਾਗਰ ਹੋਇਆ ਹੈ। ਹਲਤ ਪਲਤ, ਦੀਨ ਦੁਨੀ, ਸ਼ਕਤੀ ਭਗਤੀ, ਸ਼ਸਤਰ ਸ਼ਾਸਤਰ, ਗ੍ਰੰਥ ਪੰਥ, ਅੰਜਨ ਨਿਰੰਜਨ, ਜੋਗ ਭੋਗ, ਦੇਗ ਤੇਗ ਆਦਿ। ਪਰ ਸਾਡੀ ਦ੍ਰਿਸ਼ਟੀ ਵਿੱਚ ਇਸ ਸੰਕਲਪ ਤੋਂ ਭਾਵ ਹੈ ਸ਼ਕਤੀ ਅਤੇ ਭਗਤੀ ਦਾ ਸੁਮੇਲ। ਆਮ ਸੰਕਲਪ। ਆਮ ਤੌਰ ਤੇ ਮੀਰੀ ਪੀਰੀ ਤੋਂ ਭਾਵ ਸ਼ਕਤੀ ਅਤੇ ਭਗਤੀ ਦਾ ਸੁਮੇਲ ਲਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਵੇਂ ਪੀਰੀ ਪਦ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਗੁਰਬਾਣੀ ਵਿੱਚ ਆਇਆ, ਭਾਵੇਂ ਬਾਬਰ ਦੀਆਂ ਫੌਜਾਂ ਦੁਆਰਾ ਕੀਤੇ ਅਤਿਆਚਾਰਾਂ ਨੂੰ ਵੰਗਾਰਿਆ ਗਿਆ, ਪਰੰਤੂ ਸਿਧਾਂਤਕ ਰੂਪ ਵਿੱਚ ਮੀਰੀ ਪੀਰੀ ਦਾ ਸਮੁੱਚਾ ਸੰਕਲਪ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ ਸਾਹਮਣੇ ਆਇਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਜੀ ਦੀ ਸ਼ਹੀਦੀ ਸਮੇਂ ਵੇਖਿਆ ਕਿ ਹੁਣ ਵਿਰੋਧੀਆਂ ਨੇ ਅੱਤ ਚੁੱਕ ਲਈ ਹੈ, ਤਦ ਉਹਨਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਦਾ ਰਾਹ ਚੁਣਨ ਦਾ ਵੀ ਫੈਸਲਾ ਕਰ ਲਿਆ। ਇਤਿਹਾਸਕ ਪੱਖ ਤੋਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਦਾ ਮੁੱਢ ਪੀਰੀ ਤੋਂ ਬੱਝਿਆ ਹੈ, ਪਰ ਅੱਗੋਂ ਮੀਰੀ ਦੀ ਵੀ ਲੋੜ ਪੈਂਦੀ ਗਈ। ਸਿੱਖ ਧਰਮ ਅਨੁਸਾਰ ਸ਼ਕਤੀ ਦੀ ਪ੍ਰਾਪਤੀ ਕਿਸੇ ਜ਼ਬਰ ਲਈ ਨਹੀਂ, ਦੂਜਿਆਂ ਨੂੰ ਦਬਾਉਣ ਲਈ ਨਹੀਂ, ਸਗੋਂ ਜ਼ਬਰ ਦਾ ਮੁਕਾਬਲਾ ਕਰਨ ਲਈ ਤੇ ਅਨੈਤਿਕਤਾ ਨੂੰ ਦੂਰ ਕਰਨ ਲਈ ਹੈ। ਗੁਰੂ ਸਾਹਿਬ ਦੀ ਇਹ ਵੰਗਾਰ ਜੋਰੀ ਦਾਨ ਮੰਗਣ ਦੇ ਖਿਲਾਫ ਸਥਾਪਿਤ ਕੀਤੀਆਂ ਸੀ। ਇਸੇ ਤਰ੍ਹਾਂ ਪੀਰੀ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਕਈ ਥਾਵਾਂ ਉੱਤੇ ਸੰਗਤ ਦੀ ਸੰਸਥਾ ਸਥਾਪਿਤ ਕੀਤੀ। ਐਵੇਂ ਹੀ ਗੁਰੂ ਅਮਰਦਾਸ ਜੀ ਨੇ ਇਸੇ ਪੀਰੀ ਦੀ ਪਰੰਪਰਾ ਨੂੰ ਮਜ਼ਬੂਤ ਕਰਦਿਆਂ 22 ਮੰਜੀਆਂ ਸਥਾਪਿਤ ਕੀਤੀਆਂ। ਇਸ ਸੰਸਥਾ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਤੱਕ ਉਸੇ ਤਰ੍ਹਾਂ ਚੱਲਦਾ ਰਿਹਾ, ਪਰੰਤੂ ਜਿੱਥੇ ਲੋੜ ਮਹਿਸੂਸ ਹੋਈ ਕਿ ਦੂਜੀ ਧਿਰ ਵੱਲੋਂ ਜ਼ਿਆਦਤੀ ਹੋ ਰਹੀ ਹੈ, ਉੱਥੇ ਦੂਜੀ ਧਿਰ ਨੂੰ ਵੰਗਾਰਿਆ ਵੀ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਭਾਵੇਂ ਪਹਿਲੇ ਗੁਰੂ ਵਿੱਚ ਇਹ ਸਿਧਾਂਤ ਅਸਿੱਧੇ ਰੂਪ ਵਿੱਚ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਕਾਲ ਵਿੱਚ ਤਾਂ ਇਹ ਪ੍ਰਤੱਖ ਰੂਪ ਸਾਹਮਣੇ ਆਏ। ਭਾਈ ਗੁਰਦਾਸ ਜੀ ਨੇ ਗੁਰਮਤਿ ਅੰਦਰ ਵਿਕਸਿਤ ਹੋ ਰਹੀ ਪਰੰਪਰਾ ਵੱਲ ਇਸ਼ਾਰਾ ਕਰਦਿਆਂ ਲਿਖਿਆ ਹੈ, ਪੰਜ ਪਿਆਲੇ ਪੰਜ ਵੀਰ, ਛਟਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਇਤਿਹਾਸ ਅਨੁਸਾਰ ਸਪਸ਼ਟ ਰੂਪ ਵਿੱਚ ਹੀ ਇਸ ਸੰਕਲਪ ਦਾ ਪ੍ਰਗਟਾਵਾ ਦੋ ਤਲਵਾਰਾਂ ਪਹਿਨ ਕੇ ਕੀਤਾ। ਇਸ ਸੰਬੰਧੀ ਭਾਈ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਵਿੱਚ ਲਿਖਦੇ ਹਨ, ਛੇਵੇਂ ਪਾਤਸ਼ਾਹ ਦੁਆਰਾ ਦੋ ਤਲਵਾਰਾਂ ਪਹਿਨਣੀਆਂ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਦੀ ਪ੍ਰੋੜਤਾ ਸੀ। ਫਿਰ ਇਹ ਭਗਤੀ ਅਤੇ ਸ਼ਕਤੀ ਦੀ ਸੁਮੇਲਤਾ ਪ੍ਰਤੱਖ ਦਿਸਣ ਲੱਗੀ। ਗੁਰੂ ਜੀ ਦੇ ਢਾਡੀਆਂ ਅਬਦੁਲ ਤੇ ਨੱਥਾ ਮੱਲ ਨੇ ਆਪਣੀ ਵਾਰ ਵਿੱਚ ਵੀ ਇਸ ਘਟਨਾ ਦਾ ਵਰਣਨ ਕੀਤਾ ਹੈ। ਦੋ ਤਲਵਾਰੀ ਬੱਦੀਆਂ, ਇੱਕ ਮੀਰੀ ਤੇ ਇੱਕ ਪੀਰੀ ਦੀ,
ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਜ਼ੁਲਫਿਕਾਰ ਅਰਦਿਸਤਾਨੀ ਨੇ ਇਸ ਘਟਨਾ ਨੂੰ ਕਲਮੀ ਰੂਪ ਦਿੰਦਿਆਂ ਲਿਖਿਆ ਹੈ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਤੋਂ ਬਾਅਦ ਸ਼੍ਰੀ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਸੰਭਾਲੀ। ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਫੌਜੀ ਬਾਣਾ ਪਹਿਨ ਲਿਆ ਅਤੇ ਆਪਣੇ ਪਿਤਾ ਜੀ ਦੀ ਰੋਹ ਰੀਤ ਦੇ ਉਲਟ ਤਲਵਾਰ ਸਜਾ ਲਈ, ਨੌਕਰ ਰੱਖ ਲਏ ਅਤੇ ਸ਼ਿਕਾਰ ਖੇਡਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ। ਇਹੋ ਮੀਰੀ ਪੀਰੀ ਦੀ ਪਰੰਪਰਾ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਵੀ ਵੇਖੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਦਾ ਨਾਂ ਸੰਤ ਸਿਪਾਹੀ ਪ੍ਰਚਲਿਤ ਹੋ ਗਿਆ। ਧਰਮ ਤੇ ਸ਼ਕਤੀ ਦਾ ਸੰਗਮ। ਮੀਰੀ ਪੀਰੀ ਦੀ ਸੰਸਥਾ ਧਰਮ ਤੇ ਸ਼ਕਤੀ ਦੇ ਸੰਗਮ ਨੂੰ ਦਰਸਾਉਂਦੀ ਹੈ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਧਰਮ ਤੇ ਸ਼ਕਤੀ ਦੋਵੇਂ ਨਾਲ-ਨਾਲ ਨਹੀਂ ਚੱਲ ਸਕਦੇ, ਪਰ ਉਹਨਾਂ ਦੀ ਇਹ ਸੋਚ ਠੀਕ ਨਹੀਂ। ਸਿੱਖ ਮੱਤ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਦੋਵੇਂ ਹੀ ਸਿੱਖੀ ਜੀਵਨ ਦੇ ਜ਼ਰੂਰੀ ਅੰਗ ਹਨ। ਇੱਕ ਪਾਸੇ ਮਨੁੱਖ ਨੂੰ ਸੰਤ ਬਣਨ ਦੀ ਪ੍ਰੇਰਨਾ ਦਿੱਤੀ ਹੈ, ਦੂਜੇ ਪਾਸੇ ਜਦੋਂ ਜ਼ੁਲਮ ਦੇ ਖਿਲਾਫ ਕੋਈ ਹੋਰ ਚਾਰਾ ਨਾ ਚੱਲਦਾ ਦਿਸੇ ਤਾਂ ਸੱਚ ਦੀ ਖਾਤਰ ਦੁਸ਼ਮਣ ਵਿਰੁੱਧ ਤਲਵਾਰ ਚੁੱਕਣ ਦਾ ਉਪਦੇਸ਼ ਵੀ ਮੌਜੂਦ ਹੈ। ਗੁਰੂ ਜੀ ਅਨੁਸਾਰ ਸੱਚ ਨੂੰ ਅਸਲੀ ਰੂਪ ਵਿੱਚ ਪਛਾਣਨ ਵਾਲਾ ਹੀ ਰਾਜਾ ਆਖਿਆ ਜਾ ਸਕਦਾ ਹੈ। ਸਧਾਰਨ ਦੁਨਿਆਵੀ ਰਾਜੇ ਤਾਂ ਆਪਣੀ ਅੰਦਰਲੀ ਦੁਰਬਿਧਾ ਕਾਰਨ ਰੱਜ ਕੇ ਦੁਖੀ ਹੋ ਰਹੇ ਹਨ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪੰਚਾਇਤ ਦੇ ਡਰ ਵਿੱਚ ਰਹਿਣ ਵਾਲੇ ਨੂੰ ਗੁਣਵਾਨ ਰਾਜਾ ਆਖਦੇ ਹਨ ਅਤੇ ਇਹ ਪ੍ਰਜਾ ਦੇ ਭਲੇ ਲਈ ਕੰਮ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਦੀ ਸਾਜਨਾ ਕਰਕੇ ਸੰਤ ਅਤੇ ਸਿਪਾਹੀ ਦਾ ਸੁਮੇਲ ਕੀਤਾ, ਜੋ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਵੀ ਰਹਿੰਦਾ ਹੈ ਅਤੇ ਦੁਸ਼ਟਤਾ ਨਾਲ ਟੱਕਰ ਲੈਣ ਲਈ ਵੀ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਖੁਦ ਆਪਣੇ ਜੀਵਨ ਦਾ ਉਦੇਸ਼ ਪ੍ਰਗਟ ਕਰਦਿਆਂ ਗੁਰੂ ਜੀ ਨੇ ਇਸ ਤਰ੍ਹਾਂ ਨਾਲ ਇਸੇ ਸਿਧਾਂਤ ਦੀ ਪ੍ਰੋੜਤਾ ਹੇਠ ਲਿਖੇ ਅਨੁਸਾਰ ਕੀਤੀ ਹੈ। ਨੈਤਿਕ ਪੱਖ ਤੋਂ ਮੀਰੀ ਪੀਰੀ ਦੇ ਸਿਧਾਂਤ ਦੀ ਨੈਤਿਕ ਦ੍ਰਿਸ਼ਟੀਕੋਣ ਤੋਂ ਜੀਵਨ ਵਿੱਚ ਬਹੁਤ ਮਹੱਤਤਾ ਹੈ। ਡਾਕਟਰ ਆਹਲੂਵਾਲੀਆ ਨੇ ਨੈਤਿਕ ਦ੍ਰਿਸ਼ਟੀਕੋਣ ਤੋਂ ਇਸ ਸੰਸਥਾ ਸੰਬੰਧੀ ਲਿਖਦੇ ਹਨ ਕਿ ਵਿਅਕਤੀ ਜੀਵਨ ਵਿੱਚ ਨੈਤਿਕ ਪੱਧਰ ਉੱਤੇ ਮੀਰੀ ਪੀਰੀ ਦਾ ਅਰਥ ਉਹ ਅਵਸਥਾ ਹੈ ਜਿਸ ਵਿੱਚ ਮਨੁੱਖ ਅੰਜਨ ਮਾਹੀ ਨਿਰੰਜਨ ਯਾਨੀ ਘਰ ਹੀ ਮਾਹੀ ਉਦਾਸ ਵਿਚਾਰਦਾ ਹੈ। ਭਿੰਨ ਭਿੰਨ ਪੱਧਰਾਂ 'ਤੇ ਸੁਮੇਲ। ਮੀਰੀ ਪੀਰੀ ਵਿੱਚ ਭਿੰਨ ਭਿੰਨ ਪੱਧਰਾਂ ਉੱਪਰ ਸੁਮੇਲ ਨਜ਼ਰ ਆਉਂਦਾ ਹੈ। ਇੱਕ ਪ੍ਰਸਿੱਧ ਵਿਦਵਾਨ ਅਨੁਸਾਰ ਜਿੱਥੇ ਇਸ ਅੰਦਰ ਅਧਿਆਤਮਕਤਾ ਅਤੇ ਸੰਸਾਰਕਤਾ ਦਾ ਸੁਮੇਲ ਹੈ, ਉੱਥੇ ਭਗਤੀ ਅਤੇ ਸ਼ਕਤੀ ਦਾ ਸੰਗਮ ਹੈ। ਇਸ ਵਿੱਚ ਸੰਗਤ ਅਤੇ ਪੰਗਤ ਦਾ ਸਮਨਵਯ ਹੈ ਅਤੇ ਸ਼ਸਤਰ ਅਤੇ ਸ਼ਾਸਤਰ ਦਾ ਮਿਲਾਪ ਹੈ। ਇਸ ਬਾਰੇ ਠੀਕ ਹੀ ਆਖਿਆ ਗਿਆ ਹੈ ਕਿ ਇਹ ਬਲਵਾਨ ਆਤਮਾ ਅਤੇ ਬਲਵਾਨ ਸਰੀਰ ਦਾ ਸਾਵਾਪਨ ਹੈ ਅਤੇ ਰੂਹਾਨੀ ਤੇ ਜਿਸਮਾਨੀ ਸ਼ਕਤੀ ਦਾ ਸਮਤੋਲ ਹੈ। ਇਹ ਅੰਦਰਲੀ ਤੇ ਬਾਹਰਲੀ ਇਕਸੁਰਤਾ ਕਾਇਮ ਰੱਖ ਸਕਣ ਦੀ ਵਿਗਿਆਨਿਕ ਜੁਗਤੀ ਹੈ। ਇਹ ਘਰ ਦੀ ਮਾਹੀ ਉਪਦਾਸ ਅਤੇ ਅੰਜਨ ਮਾਹੀ ਨਿਰੰਜਨ ਹੋ ਕੇ ਵਿਚਰਨ ਦਾ ਨਿਰਾਲਾ ਮਾਰਗ ਹੈ। ਇਹ ਸੰਗਤ ਤੋਂ ਪੰਗਤ, ਦੇਗ ਤੇ ਤੇਗ, ਭਗਤੀ ਤੇ ਸ਼ਕਤੀ ਅਤੇ ਸੰਤ ਤੇ ਸਿਪਾਹੀ ਦੇ ਕਮਾਲ ਦਾ ਕੁਦਰਤੀ ਸਹਿਯੋਗ ਤੇ ਸਹਿਵਚਨ ਹੈ। ਇਹ ਲੌਕਿਕ ਅਤੇ ਪਰਲੌਕਿਕ ਸ਼ਕਤੀ ਦੀ ਇਕਸਾਰਤਾ ਹੈ। ਇਹ ਹਲਤਮੁਖੀ ਅਤੇ ਪਲਤਮੁਖੀ ਏਕਤਾ ਦਾ ਸੰਤੁਲਨ ਹੈ। ਇਹ ਪੁਰਖ ਤੇ ਪ੍ਰਕਿਰਤੀ ਦਾ ਸੁਖਾਵਾਂ ਤਾਲਮੇਲ ਹੈ। ਇਹ ਕੁਦਰਤ ਦੇ ਕਾਦਰ ਦੀ ਇਕਸੁਰਤਾ ਹੈ। ਇਹ ਸੁਰ ਅਤੇ ਤਾਲ ਦੀ ਆਪਸੀ ਇਕਸਾਰਤਾ ਹੈ। ਡਾਕਟਰ ਆਹਲੂਵਾਲੀਆ ਨੇ ਮੀਰੀ ਪੀਰੀ ਅੰਦਰ ਭਿੰਨ ਭਿੰਨ ਪੱਧਰਾਂ ਉੱਪਰ ਮਿਲਣ ਵਾਲੀ ਸੁਮੇਲਤਾ ਬਾਰੇ ਇੰਝ ਲਿਖਦੇ ਹਨ। ਹਲਤਮੁਖੀ ਪ੍ਰਭੁਤਾ ਦੇ ਪਲਤਮੁਖੀ ਪ੍ਰਭੁਤਾ ਦੇ ਅਰਥਾਂ ਵਿੱਚ ਮੀਰੀ ਤੇ ਪੀਰੀ ਸਿੱਖ ਮੱਤ ਦੀ ਵਿਲੱਖਣਤਾ ਦੇ ਪ੍ਰਤੀਕ ਹਨ। ਭਾਰਤੀ ਸੰਦਰਭ ਵਿੱਚ ਸਿੱਖ ਲਹਿਰ ਨਾਲ ਪਹਿਲੀ ਵਾਰ ਇੱਕ ਨਵੀਂ ਕਿਸਮ ਦਾ ਮਜ਼ਹਬ ਹੋਂਦ ਵਿੱਚ ਆਇਆ, ਜਿਸਨੇ ਪਲਤਮੁਖੀ ਪ੍ਰਤਿਭਾ ਦੇ ਨਾਲ-ਨਾਲ ਹਲਤਮੁਖੀ ਪ੍ਰਭੁਤਾ ਨੂੰ ਵੀ ਆਪਣਾ ਲਕਸ਼ ਥਾਪਿਆ ਅਤੇ ਆਪਣੇ ਸੰਸਥਾਤਮਕ ਰੂਪ ਵਿੱਚ ਹਲਤਮੁਖੀ ਪ੍ਰਭੁਤਾ ਦੀ ਲੋੜੀਂਦੀ ਵਿਵਸਥਾ ਕੀਤੀ। ਦੂਜੇ ਧਰਮਾਂ ਨਾਲ ਤੁਲਨਾ। ਦੂਜਿਆਂ ਧਰਮਾਂ ਅੰਦਰ ਸਿੱਖੀ ਦੇ ਮੁਕਾਬਲੇ ਵਿੱਚ ਮੀਰੀ ਪੀਰੀ ਵਰਗਾ ਸੰਕਲਪ ਘੱਟ ਹੀ ਦੇਖਣ ਨੂੰ ਮਿਲਦਾ ਹੈ। ਮੱਧਕਾਲ ਦੇ ਪੱਖ ਤੋਂ ਖਲੀਫਾ ਦੇ ਸਮੇਂ
ਦੇ ਕਮਜ਼ੋਰ ਧਿਰ ਉੱਤੇ ਹਾਵੀ ਹੋ ਕੇ ਉਸ ਨੂੰ ਆਪਣੇ ਨਾਲ ਜੋੜਨ ਦਾ ਯਤਨ ਕੀਤਾ। ਮਾਰਟਿਨ ਲੂਥਰ ਨੇ ਪੋਪ ਦੇ ਤਲਵਾਰਾਂ ਪਹਿਨਣ ਦੇ ਦਾਅਵੇ ਦਾ ਖੰਡਨ ਕੀਤਾ ਕਿ ਉਹ ਦੁਨਿਆਵੀ ਅਤੇ ਆਤਮਿਕ ਪ੍ਰਭੂਤਾ ਦਾ ਸੁਆਮੀ ਹੈ। ਪੋਪ ਅਤੇ ਖਲੀਫਾ ਦਾ ਮੁੱਖ ਉਦੇਸ਼ ਲੋਕਾਂ ਉੱਤੇ ਰਾਜ ਕਰਨਾ ਸੀ, ਨਾ ਕਿ ਸਿੱਖੀ ਦੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਰਬੱਤ ਦਾ ਭਲਾ ਮੰਗਣਾ ਸੀ। ਬਾਕੀ ਇਹਨਾਂ ਧਰਮਾਂ ਵਿੱਚ ਮੀਰ ਦੀ ਸ਼ਕਤੀ ਸਿੱਖ ਵਾਂਗ ਨਾ ਤਾਂ ਪਰਉਪਕਾਰ ਲਈ ਵਰਤਣ ਦੇ ਆਦਰਸ਼ ਪਾਲਣ ਦਾ ਆਦੇਸ਼ ਹੈ ਅਤੇ ਨਾ ਦੂਜਿਆਂ ਦੇ ਧਰਮ ਨੂੰ ਬਚਾਉਣ ਦੀ ਪ੍ਰੇਰਨਾ ਹੈ। ਅਸੀਂ ਇਤਿਹਾਸ ਨੂੰ ਵਾਚ ਕੇ ਜਾਂ ਅਸੀਂ ਇਤਿਹਾਸ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਸਿੱਖ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਬਹੁਤ ਸਾਰੇ ਪੈਰੋਕਾਰਾਂ ਨੇ ਤਲਵਾਰਾਂ ਦੀ ਮਾਰੂ ਸ਼ਕਤੀ ਨੂੰ ਉਸਾਰੂ ਕੰਮਾਂ ਅਤੇ ਲੋਕਾਈ ਦੇ ਭਲੇ ਲਈ ਪ੍ਰਯੋਗ ਕੀਤਾ ਹੈ। ਤਲਵਾਰ ਦੇ ਨਾਂ ਨੂੰ ਕਿਰਪਾਨ ਵਿੱਚ ਬਦਲ ਕੇ ਇਸ ਨੂੰ ਕਿਰਪਾਲੂ ਕੰਮਾਂ ਲਈ ਵਰਤਿਆ ਹੈ। ਮਹੱਤਤਾ। ਮੀਰੀ ਪੀਰੀ ਦਾ ਸਿਧਾਂਤ ਇੱਕ ਅਜਿਹਾ ਸਿਧਾਂਤ ਹੈ ਜਿਸ ਦੀ ਸਿੱਖ ਧਰਮ ਅੰਦਰ ਵਿਚਾਰਾਤਮਕ, ਇਤਿਹਾਸਕ, ਪ੍ਰਤੀਕਾਤਮਕ, ਸੱਭਿਆਚਾਰਕ, ਨੈਤਿਕ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਤਾ ਹੈ। ਇੱਕ ਵਿਦਵਾਨ ਨਾਲ ਸਾਡੀ ਸਹਿਮਤੀ ਹੋ ਜਾਂਦੀ ਹੈ ਜਦੋਂ ਉਹ ਲਿਖਦਾ ਹੈ ਕਿ ਪੀਰੀ ਅਕਾਲ ਪੁਰਖ ਪ੍ਰਤੀ ਸਮਰਪਣ ਦੇ ਫਰਜ਼ ਦੀ ਪ੍ਰਤੀਕ ਹੈ ਅਤੇ ਮੀਰੀ ਉਸ ਦੀ ਖਲਕਤ ਪ੍ਰਤੀ ਸਮਰਪਣ ਦੇ ਫਰਜ਼ ਸੀ। ਪੀਰ ਦੀ ਪੀਰੀ ਵਿੱਚ ਇਸ ਸਮਰਪਣ ਦੀ ਅਣਹੋਂਦ ਹੋਵੇ ਤਾਂ ਇਹ ਭੋਖ ਰਾਹੀਂ ਲੋਕਾਈ ਦੀ ਲੁੱਟ ਦਾ ਸਾਧਨ ਬਣ ਕੇ ਰਹਿ ਜਾਂਦਾ ਹੈ। ਇਸੇ ਤਰ੍ਹਾਂ ਮੀਰ ਦੀ ਮੀਰੀ ਵੀ ਇਸ ਫਰਜ਼ ਤੋਂ ਸੱਖਣੀ ਹੋਵੇ ਤਾਂ ਉਹ ਰਾਜਸੀ ਤਾਕਤ ਰਾਹੀਂ ਲੋਕਾਈ ਦੀ ਲੁੱਟ ਦਾ ਸਾਧਨ ਬਣ ਜਾਂਦੀ ਹੈ। ਹੁਣ ਅਸੀਂ ਹਰ ਪੱਖ ਤੋਂ ਇਸ ਸੰਬੰਧੀ ਵਿਚਾਰ ਕਰਾਂਗੇ। ਵਿਚਾਰਾਤਮਕ ਪੱਖ ਤੋਂ। ਵਿਚਾਰਾਤਮਕ ਦ੍ਰਿਸ਼ਟੀਕੋਣ ਤੋਂ ਸਿੱਖ ਧਰਮ ਵਿਚਲੇ ਮੀਰੀ ਪੀਰੀ ਦੇ ਸਿਧਾਂਤ ਦੀ ਆਪਣੀ ਮਹੱਤਤਾ ਹੈ। ਦੁਨੀਆ ਵਿੱਚ ਹੋਰ ਕੋਈ ਅਜਿਹਾ ਧਰਮ ਨਹੀਂ ਜਿਸ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਵਿਚਾਰਿਆ ਗਿਆ ਹੋਵੇ, ਪਰੰਤੂ ਸਿੱਖ ਧਰਮ ਦੇ ਪੈਰੋਕਾਰਾਂ ਨੇ ਜੀਵਨ ਵਿੱਚ ਇਹਨਾਂ ਦੋਵਾਂ ਦੀ ਹੋਂਦ ਨੂੰ ਸਵੀਕਾਰਿਆ। ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿੱਥੇ ਜੀਵਨ ਵਿੱਚ ਭਗਤੀ ਜ਼ਰੂਰੀ ਹੈ, ਉੱਥੇ ਸਵੈਮਾਨ ਨਾਲ ਜਿਉਣ ਲਈ, ਆਪਣੇ ਸਿਧਾਂਤਾਂ ਦੀ ਰੱਖਿਆ ਲਈ, ਅਤਿਆਚਾਰੀ ਨੂੰ ਅਤਿਆਚਾਰ ਅਤੇ ਵਧੀਕੀਆਂ ਕਰਨ ਤੋਂ ਰੋਕਣ ਲਈ ਸ਼ਕਤੀ ਦਾ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਸੰਤ ਅਤੇ ਸਿਪਾਹੀ ਦਾ ਸੰਕਲਪ ਇਸੇ ਦਾ ਹੀ ਦੂਜਾ ਨਾਂ ਆਖਿਆ ਜਾ ਸਕਦਾ ਹੈ। ਖਾਲਸਾ ਇੱਕੋ ਸਮੇਂ ਮੀਰੀ ਤੇ ਪੀਰੀ ਦੇ ਰਾਹ ਉੱਤੇ ਤੁਰਦਾ ਹੈ। ਉਹ ਸੰਤ ਨੂੰ ਉਭਾਰਦਾ ਹੈ ਅਤੇ ਦੁਸ਼ਟ ਨੂੰ ਸਿੰਗਾਰਦਾ ਹੈ। ਇੰਜ ਵਿਚਾਰਾਤਮਕ ਪੱਖ ਤੋਂ ਵਿਸ਼ਵ ਧਰਮ ਦੇ ਇਤਿਹਾਸ ਵਿੱਚ ਮੀਰੀ ਪੀਰੀ ਦਾ ਸੰਕਲਪ ਇੱਕ ਨਿਵੇਕਲਾ ਸੰਕਲਪ ਹੈ। ਇਤਿਹਾਸਕ ਪੱਖ ਤੋਂ। ਇਸ ਸੰਕਲਪ ਦੀ ਇਤਿਹਾਸਕ ਪੱਖ ਤੋਂ ਵੀ ਆਪਣੀ ਮਹੱਤਤਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਸੰਕਲਪ ਸਕਾਰਾਤਮਕ ਰੂਪ ਵਿੱਚ ਸਾਹਮਣੇ ਆਇਆ। ਖੁਦ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਅਧਿਆਤਮਵਾਦੀ ਸਨ, ਉੱਥੇ ਉਹਨਾਂ ਨੇ ਮੀਰੀ ਦੀ ਤਲਵਾਰ ਵੀ ਧਾਰਨ ਕੀਤੀ। ਉਹਨਾਂ ਨੇ ਵਕਤ ਦੇ ਜ਼ਾਲਮ ਹਾਕਮਾਂ ਨੂੰ ਇਹ ਦੱਸਣ ਲਈ ਕਿ ਉਹਨਾਂ ਕੋਲ ਸ਼ਕਤੀ ਵੀ ਹੈ, ਇਸ ਉਦੇਸ਼ ਨਾਲ ਉਹਨਾਂ ਨੇ ਫੌਜ ਤਿਆਰ ਕੀਤੀ, ਘੋੜਿਆਂ ਤੇ ਸ਼ਾਸਤਰਾਂ ਦੀ ਭੇਟ ਸਵੀਕਾਰ ਕੀਤੀ। ਇਸੇ ਤਰ੍ਹਾਂ ਗੁਰੂ ਹਰੀ ਰਾਏ ਜੀ ਨੇ ਵੀ ਜਿੱਥੇ ਅਧਿਆਤਮਵਾਦੀ ਤੇ ਭਗਤੀ ਵਾਲਾ ਰਾਹ ਅਪਣਾਇਆ, ਉੱਥੇ ਰਾਮ ਰਾਏ ਵੱਲੋਂ ਔਰੰਗਜ਼ੇਬ ਕੋਲੋਂ ਡਰ ਕੇ ਬਾਣੀ ਬਦਲਣ ਦੀ ਗੱਲ ਦੀ ਨਿਖੇਧੀ ਕੀਤੀ। ਇਸ ਸਿਧਾਂਤ ਦਾ ਵਿਰਾਟ ਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਬਾਣੀ ਦੀ ਰਚਨਾ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰਿਆ ਅਤੇ ਨਾਲ ਹੀ ਅਤਿਆਚਾਰੀ ਦੇ ਅਤਿਆਚਾਰਾਂ ਦਾ ਡਟ ਕੇ ਮੁਕਾਬਲਾ ਕੀਤਾ। ਸਾਰਾ ਪਰਿਵਾਰ ਅਤੇ ਸਿੰਘ ਕੁਰਬਾਨ ਕਰ ਦਿੱਤੇ, ਪਰੰਤੂ ਬੇਇਨਸਾਫੀ ਅੱਗੇ ਸਿਰ ਨਹੀਂ ਝੁਕਾਇਆ। ਉਹਨਾਂ ਨੇ ਔਰੰਗਜ਼ੇਬ ਨੂੰ ਜ਼ਫਰ ਨਾਮਕ ਪੱਤਰ ਲਿਖ ਕੇ ਉਸ ਵਿੱਚ ਦੱਸਿਆ ਕਿ ਜ਼ੁਲਮ ਵਿਰੁੱਧ ਜੇਕਰ ਕੋਈ ਚਾਰਾ ਨਾ ਚੱਲੇ ਤਾਂ ਉਸ ਖਿਲਾਫ ਤਲਵਾਰ ਉਠਾਉਣਾ ਕੋਈ ਪਾਪ ਨਹੀਂ। ਪ੍ਰਤੀਕਾਤਮਕ ਰੂਪ ਵਿੱਚ। ਸਾਨੂੰ ਪ੍ਰਤੀਕਾਤਮਕ ਰੂਪ ਵਿੱਚ ਵੀ ਮੀਰੀ ਪੀਰੀ ਦਾ ਸਿਧਾਂਤ ਸਿੱਖ ਧਰਮ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਰੂਪ ਹੈ ਸ਼੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਸਥਾਪਨਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਅਕਾਲ ਤਖਤ ਸਾਹਿਬ ਜਿੱਥੇ ਸਿੱਖ ਨੂੰ ਹਰਿਮੰਦਰ ਦੇ ਨੇੜੇ ਲੈ ਜਾਂਦਾ ਹੈ, ਉੱਥੇ ਦੂਜੇ ਪਾਸੇ ਇਹ ਉਸ ਨੂੰ ਚੜ੍ਹਦੀਆਂ ਕਲਾਂ ਵਿੱਚ ਰਹਿਣ ਦੀ ਅਤੇ ਹੱਕ ਸੱਚ ਦੀ ਰਣ ਵਿੱਚ ਜੂਝ ਮਰਨ ਦੀ ਪ੍ਰੇਰਨਾ ਵੀ ਦਿੰਦਾ ਹੈ। ਸਾਰਾ ਦਿਨ ਹਰਿਮੰਦਰ ਸਾਹਿਬ ਪ੍ਰਕਾਸ਼ ਤੋਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਇੱਥੇ ਹੀ ਵਿਸ਼ਰਾਮ ਲਈ ਲਿਜਾਇਆ ਜਾਂਦਾ ਹੈ ਅਤੇ ਇੱਥੋਂ ਹੀ ਅਨੇਕਾਂ ਵਾਰ ਸਿੱਖ ਜਥੇ ਕੁਰਬਾਨੀਆਂ ਦੇਣ ਲਈ ਅਤੇ ਪ੍ਰਾਪਤੀ ਲਈ ਅਰਦਾਸ ਕਰਕੇ ਚਾਲੇ ਪਾਉਂਦੇ ਹਨ। ਇੰਝ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਪਾਸ ਮੀਰੀ ਪੀਰੀ ਦੇ ਸਿਧਾਂਤ ਦੇ ਪ੍ਰਤੀਕ ਵਜੋਂ ਮੌਜੂਦ ਹਨ। ਨੈਤਿਕ ਪੱਖ ਤੋਂ ਵੀ ਮੀਰੀ ਪੀਰੀ ਦੇ ਸਿਧਾਂਤ ਦੀ ਆਪਣੀ ਮਹੱਤਤਾ ਹੈ। ਸਿੱਖ ਧਰਮ ਅੰਦਰਲੇ ਇਸ ਸਿਧਾਂਤ ਕਾਰਨ ਹੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਸੀਸ ਦੇ ਦਿੱਤਾ, ਪਰ ਸਿਦਕ ਨਹੀਂ ਹਾਰਿਆ। ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਯੁੱਧ ਜਿੱਤੇ ਅਤੇ ਮਾਨ ਸਤਿਕਾਰ ਪ੍ਰਾਪਤ ਕੀਤਾ, ਪਰੰਤੂ ਇਸ ਸਭ ਦੀ ਵਡਿਆਈ ਖਾਲਸੇ ਨੂੰ ਦਿੱਤੀ। ਇਹ ਮੀਰੀ ਪੀਰੀ ਦੇ ਸਿਧਾਂਤ ਦੁਆਰਾ ਦਿੱਤੀ ਨੈਤਿਕਤਾ ਹੀ ਆਖੀ ਜਾ ਸਕਦੀ ਹੈ। ਗੁਰੂ ਜੀ ਨੇ ਖਾਲਸੇ ਨੂੰ ਵਡਿਆਉਂਦਿਆਂ ਆਖਿਆ ਹੈ, ਗੁਣਤੰਤਰੀ ਪ੍ਰਣਾਲੀ ਦਾ ਆਧਾਰ। ਗੁਣਤੰਤਰੀ ਪ੍ਰਣਾਲੀ ਦੀ ਸਥਾਪਨਾ ਲਈ ਮੀਰੀ ਪੀਰੀ ਦਾ ਸਿਧਾਂਤ ਵੀ ਮਹੱਤਵਪੂਰਨ ਹੈ। ਸਿੱਖ ਧਰਮ ਦੀ ਬੁਨਿਆਦੀ ਨੂੰ ਸਾਹਮਣੇ ਰੱਖਿਆ ਗੁਣਤੰਤਰ ਦੀ ਸਥਾਪਤੀ ਲਈ ਮੀਰੀ ਪੀਰੀ ਦਾ ਸਿਧਾਂਤ ਵਧੀਆ ਆਧਾਰ ਬਣ ਸਕਦਾ ਹੈ। ਗੁਰਮਤਿ ਪ੍ਰਕਾਸ਼ ਦੇ ਜੁਲਾਈ ਅੰਕ 2001 ਦੇ ਸੰਪਾਦਕੀ ਪੰਨੇ ਉੱਪਰ ਇੱਕ ਪ੍ਰਸਿੱਧ ਵਿਦਵਾਨ ਲਿਖਦਾ ਹੈ, ਗੁਣਤੰਤਰ ਦਾ ਸੰਬੰਧ ਹਰ ਤਰ੍ਹਾਂ ਦੀ ਪ੍ਰਬੰਧਕੀ ਵਿਵਸਥਾ ਨਾਲ ਹੈ, ਖਾਸ ਕਰਕੇ ਰਾਜਨੀਤਿਕ ਵਿਵਸਥਾ ਨਾਲ। ਰਾਜਨੀਤਿਕ ਖੇਤਰ ਵਿੱਚ ਮੀਰੀ ਪੀਰੀ ਦੇ ਸਿਧਾਂਤ ਦੀ ਵਿਆਖਿਆ ਗੁਣਤੰਤਰੀ ਰਾਜਨੀਤੀ ਵਜੋਂ ਹੀ ਕੀਤੀ ਜਾਵੇਗੀ, ਜਿੱਥੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਗੁਣਵਾਨ ਅਤੇ ਗਿਆਨਵਾਨ ਨੂੰ ਯੋਗਤਾ ਅਨੁਸਾਰ ਸੌਂਪੀ ਜਾਵੇ। ਇੱਥੇ ਇਹ ਜਾਣ ਲੈਣਾ ਠੀਕ ਹੋਵੇਗਾ ਕਿ ਪੀਰੀ ਦਾ ਸੰਬੰਧ ਸੱਚ ਗਿਆਨ ਅਤੇ ਸੱਚ ਆਚਾਰ ਨਾਲ, ਭਾਵ ਨਿੱਜੀ ਜੀਵਨ ਦੀ ਰੂਹਾਨੀ ਅਤੇ ਇਖਲਾਕੀ ਉੱਚਤਾ ਨਾਲ ਹੈ, ਜਦਕਿ ਮੀਰੀ ਦਾ ਸੰਬੰਧ ਦੁਨਿਆਵੀ ਸੱਤਾ, ਸ਼ਕਤੀ ਅਤੇ ਜ਼ਿੰਮੇਵਾਰੀਆਂ ਨਾਲ ਹੈ। ਮੀਰੀ ਪੀਰੀ ਦਾ ਇਹ ਗੁਰਮਤਿ ਸਿਧਾਂਤ ਹੁਕਮਨਾਮਾ ਰਾਜਨੀਤੀਵਾਨਾਂ ਤੋਂ ਇਲਾਵਾ ਹਰ ਪੱਧਰ ਦੇ ਅਧਿਕਾਰੀਆਂ, ਅਹੁਦੇਦਾਰਾਂ ਤੋਂ ਗੁਣਵਾਨ ਅਤੇ ਗਿਆਨਵਾਨ ਹੋਣ ਦੀ ਮੰਗ ਕਰਦਾ ਹੈ। ਰਾਜਨੀਤਿਕ ਪੱਖ ਤੋਂ ਵੀ ਇਸ ਸਿਧਾਂਤ ਦੀ ਬਹੁਤ ਮਹੱਤਤਾ ਹੈ। ਰਾਜਨੀਤੀਵਾਨ ਅਤੇ ਰਾਜ ਮਸ਼ੀਨਰੀ ਇੱਕ ਅਜਿਹੀ ਤਾਕਤ ਹੁੰਦੀ ਹੈ ਜਿਸ ਰਾਹੀਂ ਸ਼ਕਤੀਸ਼ਾਲੀ ਅਤੇ ਗੁਣਵਾਨ ਲੋਕ ਬੌਧਿਕ ਗੁਣਾਂ ਤੋਂ ਸੱਖਣੇ, ਸਧਾਰਨ ਸਮਰੱਥਾ ਵਾਲੇ ਅਤੇ ਕਮਜ਼ੋਰ ਲੋਕਾਂ ਦੇ ਵਿਸ਼ਾਲ ਸਮੂਹ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕਦੇ ਹਨ। ਗੁਣਹੀਣਾਂ ਅਤੇ ਸਧਾਰਨ ਸਮਰੱਥਾ ਵਾਲੇ ਕਮਜ਼ੋਰ ਲੋਕਾਂ ਉੱਤੇ ਰਾਜ ਕਰਨਾ ਜੇਕਰ ਗੁਣਵਾਨ ਰਾਜਨੀਤੀਵਾਨਾਂ ਦਾ ਹੱਕ ਹੈ, ਤਾਂ ਉਹਨਾਂ ਦੀ ਰਾਖੀ ਕਰਨਾ ਵੀ ਉਹਨਾਂ ਦਾ ਫਰਜ਼ ਹੈ। ਧਰਮ ਅਤੇ ਸੱਚ ਵਿਹੂਣਾ ਕੋਈ ਰਾਜਨੀਤੀਵਾਨ ਇਹ ਫਰਜ਼ ਇਮਾਨਦਾਰੀ ਨਾਲ ਨਹੀਂ ਨਿਭਾ ਸਕਦਾ। ਇਸ ਲਈ ਲੋੜ ਹੈ ਪੀਰੀ ਮੀਰੀ ਦੇ ਰਾਹ ਉੱਤੇ ਚੱਲਣ ਦੀ। ਇੱਕ ਵਿਦਵਾਨ ਨੇ ਠੀਕ ਹੀ ਆਖਿਆ ਹੈ ਕਿ ਪੀਰੀ ਅਕਾਲ ਪੁਰਖ ਪ੍ਰਤੀ ਸਮਰਪਣ ਦੇ ਫਰਜ਼ ਦਾ ਚਿੰਨ੍ਹ ਹੈ ਅਤੇ ਮੀਰੀ ਉਸ ਦੀ ਖਲਕਤ ਪ੍ਰਤੀ ਸਮਰਪਣ ਦੇ ਫਰਜ਼ ਦਾ। ਪੀਰ ਦੀ ਪੀਰੀ ਵਿੱਚ ਇਸ ਸਮਰਪਣ ਦੀ ਅਣਹੋਂਦ ਹੋਵੇ ਤਾਂ ਇਹ ਭੇਖ ਰਾਹੀਂ ਲੁਕਾਈ ਦੀ ਲੁੱਟ ਦਾ ਸਾਧਨ ਬਣ ਕੇ ਰਹਿ ਜਾਂਦੀ ਹੈ। ਇਸੇ ਹੀ ਤਰ੍ਹਾਂ ਮੀਰ ਦੀ ਮੀਰੀ ਵੀ ਇਸ ਫਰਜ਼ ਤੋਂ ਸੱਖਣੀ ਹੋਵੇ ਤਾਂ ਉਹ ਰਾਜਸੀ ਤਾਕਤ ਰਾਹੀਂ ਲੁਕਾਈ ਦੀ ਲੁੱਟ ਦਾ ਸਾਧਨ ਬਣ ਜਾਂਦੀ ਹੈ। ਸੱਭਿਆਚਾਰਕ ਪੱਖ ਤੋਂ ਮੀਰੀ ਪੀਰੀ ਦੇ ਸਿਧਾਂਤ ਦਾ ਸੱਭਿਆਚਾਰਕ ਦ੍ਰਿਸ਼ਟੀ ਤੋਂ ਵੀ ਆਪਣੀ ਮਹੱਤਤਾ ਹੈ। ਸਿੱਖ ਕੌਮ ਦੇ ਸੱਭਿਆਚਾਰ ਨਾਲ ਕੁਝ ਗੱਲਾਂ ਜੁੜੀਆਂ ਹੋਈਆਂ ਹਨ, ਜਿਵੇਂ ਸੰਗਤੀ, ਪੰਗਤੀ, ਕੀਰਤਨ, ਗੁਰਦੁਆਰਾ, ਅਕਾਲ ਤਖਤ, ਮੀਰੀ ਪੀਰੀ ਆਦਿ। ਜਿੱਥੇ ਕਿਧਰੇ ਵੀ ਇਹਨਾਂ ਸਿਧਾਂਤਾਂ ਜਾਂ ਸੰਸਥਾਵਾਂ ਦੀ ਗੱਲ ਹੋ ਰਹੀ ਹੁੰਦੀ ਹੈ, ਝੱਟ ਸੰਕੇਤ ਮਿਲ ਜਾਂਦਾ ਹੈ ਕਿ ਗੱਲ ਸਿੱਖ ਕੌਮ ਬਾਰੇ ਹੀ ਜਾਂ ਸਿੱਖ ਕੌਮ ਦੇ ਸੱਭਿਆਚਾਰ ਬਾਰੇ ਹੋ ਰਹੀ ਹੈ। ਸੋ ਮੀਰੀ ਪੀਰੀ ਇੱਕ ਪ੍ਰਕਾਰ ਨਾਲ ਸਿੱਖ ਸੱਭਿਆਚਾਰ ਦਾ ਵੀ ਅੰਗ ਬਣ ਗਈ ਹੈ। ਸਿੱਖ ਕੌਮ ਹੀ ਇੱਕ ਅਜਿਹੀ ਕੌਮ ਹੈ ਜਿਸ ਵਿੱਚ ਧਰਮ ਅਤੇ ਸਿਆਸਤ ਇਕੱਠੇ ਹਨ। ਹੋਰ ਕੌਮਾਂ ਵਿੱਚ ਇਹ ਗੱਲ ਘੱਟ ਵੇਖਣ ਨੂੰ ਮਿਲਦੀ ਹੈ। ਇਸੇ ਕਾਰਨ ਮੀਰੀ ਪੀਰੀ ਦੇ ਸੰਕਲਪ ਨੇ ਸਿੱਖ ਕੌਮ ਦੀ ਪਹਿਚਾਣ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਅਖੀਰ ਵਿੱਚ ਅਸੀਂ ਇਸ ਨਤੀਜੇ 'ਤੇ ਪੁੱਜਦੇ ਹਾਂ ਕਿ ਮੀਰੀ ਪੀਰੀ ਦਾ ਸਿਧਾਂਤ ਪਹਿਲਾਂ ਹੀ ਗੁਰਬਾਣੀ ਵਿੱਚ ਮੌਜੂਦ ਸੀ, ਪਰ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਪ੍ਰਕਾਸ਼ਮਾਨ ਕੀਤਾ ਅਤੇ ਕਿਰਿਆਤਮਕ ਰੂਪ ਦਿੱਤਾ। ਇਸ ਕਿਸਮ ਦੀ ਵਿਚਾਰਾਤਮਕ, ਇਤਿਹਾਸਕ, ਪ੍ਰਤੀਕਾਤਮਕ, ਸੱਭਿਆਚਾਰਕ, ਰਾਜਨੀਤਿਕ ਆਦਿ ਪੱਖਾਂ ਤੋਂ ਬਹੁਤ ਮਹੱਤਤਾ ਹੈ।
ਮੀਰੀ ਪੀਰੀ ਦੇ ਸੰਕਲਪ ਬਾਰੇ ਮੁੱਢਲੀ ਜਾਣ ਪਛਾਣ। ਇਸ ਪਰੰਪਰਾ ਦੀ ਸਿੱਖ ਲਹਿਰ ਦੇ ਸਮੁੱਚੇ ਪ੍ਰਸੰਗ ਦੇ ਮਹੱਤਵ 'ਤੇ ਰੋਸ਼ਨੀ ਪਾਓ। ਸਿੱਖ ਧਰਮ ਵਿੱਚ ਮੀਰੀ ਤੇ ਪੀਰੀ ਦਾ ਓਤ-ਪ੍ਰੋਤੀ ਸੁਮੇਲ ਇੱਕ ਸਿਧਾਂਤਕ ਅਤੇ ਇਤਿਹਾਸਕ ਸੱਚ ਹੈ। ਇਹ ਸੁਮੇਲ ਸਿੱਖ ਧਰਮ ਦੇ ਸੰਚਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਮੁੱਢ ਕਾਲ ਤੋਂ ਹੀ ਸਥਾਪਿਤ ਕਰ ਦਿੱਤਾ ਸੀ। ਪਹਿਲੇ 5 ਜਾਮਿਆਂ ਤੱਕ ਪੀਰੀ ਤੇ ਮੀਰੀ ਸ਼ਾਂਤਮਈ ਰੂਪ ਵਿੱਚ ਪਰਸਪਰ ਵਿਚਰਦੇ ਰਹੇ, ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪੀਰੀ ਤੇ ਮੀਰੀ ਦੀਆਂ 2 ਤਲਵਾਰਾਂ ਗ੍ਰਹਿਣ ਕਰਕੇ ਇਸਦੇ ਵੱਖੋ ਵੱਖਰੇ ਸਰੋਕਾਰਾਂ ਨੂੰ ਸਿੱਖ ਧਰਮ ਵਿੱਚ ਸਥਾਪਿਤ ਕਰ ਦਿੱਤਾ। ਪੀਰੀ ਤੇ ਮੀਰੀ ਫਾਰਸੀ ਭਾਸ਼ਾ ਦੇ ਸ਼ਬਦ ਹਨ ਜੋ ਪੀਰ ਤੇ ਮੀਰ ਤੋਂ ਬਣੇ ਹਨ। ਪੀਰ ਦਾ ਅਰਥ ਹੈ ਧਾਰਮਿਕ ਰਹਿਬਰ ਅਤੇ ਮੀਰ ਦਾ ਅਰਥ ਹੈ ਅਮੀਰ ਬਾਦਸ਼ਾਹ। ਐਵੇਂ ਪੀਰੀ ਤੋਂ ਭਾਵ ਹੈ ਧਾਰਮਿਕ ਜਾਂ ਅਧਿਆਤਮਕ ਖੇਤਰ ਵਿੱਚ ਅਗਵਾਈ ਅਤੇ ਮੀਰੀ ਤੋਂ ਅਰਥ ਹੈ ਵਿਵਹਾਰਕ ਖੇਤਰ ਵਿੱਚ ਅਗਵਾਈ। ਆਮ ਬੋਲਚਾਲ ਵਿੱਚ ਪੀਰੀ ਮੀਰੀ ਦੇ ਬਦਲ ਵਿੱਚ ਧਰਮ ਸਿਆਸਤ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਧਰਮ ਮੀਰੀ, ਧਰਮ ਪੀਰੀ। ਧਰਮ ਦਾ ਅਰਥ ਧਾਰਨ ਕਰਨ ਯੋਗ ਕਰਤੱਵ ਹੈ। ਦ੍ਰਿਸ਼ਟਮਾਨ ਰਚਨਾ ਦਾ ਕਰਤਾ ਪਰਮਾਤਮਾ ਹੈ। ਜੜ ਰਚਨਾ ਵਿੱਚ ਚੇਤਨ ਵਸਤੂ ਆਤਮਾ ਹੈ ਜੋ ਪਰਮ ਆਤਮਾ ਦਾ ਅੰਸ਼ ਹੈ। ਪਰਮ ਆਤਮਾ ਅਤੇ ਆਤਮਾ ਦੋਵੇਂ ਸੂਖਮ ਹਨ। ਧਰਮ ਦਾ ਕਰਤੱਵ ਦੂਹਰਾ ਹੈ। ਇੱਕ ਪਾਸੇ ਆਤਮਾ ਦਾ ਆਪਣੇ ਕੇਂਦਰ ਪਰਮਾਤਮਾ ਵੱਲ ਅਰਥ ਮਨੁੱਖ ਦਾ ਅਧਿਆਤਮਕ ਕਰਤੱਵ ਅਤੇ ਦੂਜੇ ਪਾਸੇ ਆਤਮਾ ਦਾ ਸੰਸਾਰ ਦੀਆਂ ਬਾਕੀ ਆਤਮਾਵਾਂ ਵੱਲ ਕਰਤੱਵ ਜਾਂ ਮਨੁੱਖ ਦਾ ਵਿਵਹਾਰਿਕ ਕਰਤੱਵ। ਅਸਲ ਵਿੱਚ ਧਰਮ ਮਨੁੱਖ ਦੇ ਹਲਤ ਅਤੇ ਪਲਤ ਨੂੰ ਸਵਾਰਨ ਵਿੱਚ ਨਿਰਮਲ ਸ਼ਕਤੀ ਹੈ। ਹਲਤ ਹੁੰਦਾ ਇਸ ਲੋਕ ਦੇ ਅਧਿਆਤਮਕ ਤੇ ਵਿਵਹਾਰਕ ਪੱਖ, ਪਲਤ ਹੁੰਦਾ ਪਰਲੋਕ। ਧਰਮ ਇੱਕ ਸੰਪੂਰਨ ਜੀਵਨ ਜੁਗਤੀ ਹੈ। ਪੀਰੀ ਅਧਿਆਤਮਕ ਭਾਗ ਵਿੱਚ ਅਗਵਾਈ ਕਰਦੀ ਹੈ। ਇਸ ਭਾਗ ਵਿੱਚ ਅਗਵਾਈ ਅਕਾਲ ਪੁਰਖ ਨਾਲ ਅੰਤਰਾਤਮ ਅਭੇਦ ਗੁਰੂ ਜੋਤ ਹੀ ਕਰਨ ਦੇ ਸਮਰਥ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਈਦਾ। ਗੁਰੂ ਵਾਕ ਅਨੁਸਾਰ ਪੀਰੀ ਸਦਾ ਹੀ ਸਰਬਤ ਦੇ ਭਲੇ ਦੀ ਇੱਛੁਕ ਰਹੀ ਹੈ। ਰਾਜਨੀਤਿਕ ਮੀਰੀ। ਰਾਜਨੀਤਿਕ ਸਮਾਜ ਵਿਗਿਆਨ ਦਾ ਉਹ ਭਾਗ ਹੈ ਜਿਸ ਦਾ ਸੰਬੰਧ ਰਾਜ ਪ੍ਰਾਪਤ ਕਰਨ ਅਤੇ ਰਾਜ ਪ੍ਰਬੰਧ ਚਲਾਉਣ ਨਾਲ ਹੈ। ਜਿਹੋ ਜਿਹੀ ਕਿਸੇ ਦੀ ਰਾਜ ਪ੍ਰਾਪਤੀ ਦੀ ਭਾਵਨਾ ਹੁੰਦੀ ਹੈ, ਉਹੋ ਜਿਹੀ ਉਸਦੀ ਰਾਜਨੀਤੀ ਹੁੰਦੀ ਹੈ। ਜੇ ਰਾਜ ਪ੍ਰਾਪਤ ਕਰਨ ਦੀ ਭਾਵਨਾ ਰਾਜ ਹਵਸ ਹੈ ਤਾਂ ਰਾਜ ਪ੍ਰਬੰਧ ਚਲਾਉਣ ਲਈ ਰਾਜਨੀਤੀ ਜ਼ਰੂਰ ਕੁਟਿਲ ਹੋਵੇਗੀ। ਪਰ ਜੇ ਰਾਜ ਪ੍ਰਾਪਤੀ, ਪਰਉਪਕਾਰ ਕਮਾਉਣਾ ਅਤੇ ਧਰਮ ਵਿਥਾਰਨ ਦੀ ਭਾਵਨਾ ਤੋਂ ਉਤਸ਼ਾਹਿਤ ਹੋ ਕੇ ਰਾਜ ਪ੍ਰਬੰਧ ਦੀ ਰਾਜਨੀਤੀ ਵੀ ਧਰਮੀ ਰਾਜਨੀਤੀ ਹੋਵੇਗੀ। ਸਿੱਖ ਧਰਮ ਪ੍ਰਵਿਰਤੀ ਵਿੱਚ ਨਿਰਵਿਰਤੀ ਦਾ ਉਪਦੇਸ਼ ਦਿੰਦਾ ਹੈ। ਅਜਿਹਾ ਰਾਜ ਮਨੁੱਖ ਦੀ ਹਵਸ ਵਧਾਉਂਦਾ ਹੈ। ਗੁਰੂ ਦਾ ਸਿੱਖ ਉਸਦੀ ਕਾਮਨਾ ਨਹੀਂ ਕਰਦਾ, ਉਹ ਰਾਜ ਨਾਲੋਂ ਪ੍ਰਭੂ ਪ੍ਰੀਤ ਨੂੰ ਪਹਿਲ ਦਿੰਦਾ ਹੈ। ਧਰਮੀ ਪੁਰਸ਼ ਦਾ ਰਾਜ ਵਿਧਾਨ ਸਰਬਤ ਦਾ ਭਲਾ ਹੁੰਦਾ ਹੈ, ਜਿਸ ਦੀ ਅਗਵਾਈ ਉਸਨੂੰ ਗੁਰੂ ਪਾਤਸ਼ਾਹੀ ਤੋਂ ਮਿਲਦੀ ਹੈ। ਧਰਮੀ ਪੁਰਸ਼ ਦੀ ਰਾਜਨੀਤੀ ਦਾ ਆਧਾਰ ਧਰਮ ਹੀ ਹੁੰਦਾ ਹੈ ਅਤੇ ਇਹ ਰਾਜਨੀਤੀ ਧਰਮ ਦੀ ਤਰ੍ਹਾਂ ਨਿਰਬਲ, ਨਿਆਂਸ਼ੀਲ ਤੇ ਸੁਖਦਾਈ ਹੁੰਦਾ ਹੈ। ਅੱਜ ਕੱਲ੍ਹ ਸਿੱਖ ਜਗਤ ਵਿੱਚ ਇੱਕ ਗੱਲ ਦੀ ਬੜੀ ਚਰਚਾ ਹੈ ਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ, ਜਿਸ ਦੀ ਪੁਸ਼ਟੀ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚੋਂ ਹੁੰਦੀ ਹੈ। ਮੀਰੀ ਪੀਰੀ ਦਾ ਰਹੱਸ। ਜਗਤ ਖੇਡ ਦਾ ਕਰਤਾ ਅਕਾਲ ਪੁਰਖ ਹੈ ਜੋ ਧਰਮ ਧੁਜਾ ਹੈ। ਸੰਸਾਰ ਉੱਤੇ ਧਰਮ ਦੇ ਪ੍ਰਸਾਰ ਅਤੇ ਅਧਰਮ ਦੇ ਅੰਤ ਦੀ ਵਿਧੀ ਅਕਾਲ ਪੁਰਖ ਸਮੇਂ-ਸਮੇਂ ਬਣਾਉਂਦਾ ਰਹਿੰਦਾ ਹੈ। ਇਸੇ ਕੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਉੱਪਰ ਪ੍ਰਕਾਸ਼ ਹੋਇਆ। ਸਤਿਗੁਰਾਂ ਨੇ ਧਰਮੀ ਉੱਤੇ ਸੱਚ ਦੇ ਆਧਾਰ 'ਤੇ ਧਰਮ ਦੇ ਰਾਜ ਦੇ ਪੰਨਾ 968 ਦੀ ਨੀਂਹ ਰੱਖੀ। ਧਰਮ ਕਮਾਉਣਾ ਲਗਾਤਾਰ ਸੰਘਰਸ਼। ਗੁਰੂ ਸਾਹਿਬਾਨ ਨੇ ਧਰਮ ਰਾਜ ਦੇ ਪਾਂਧੀ ਆਪਣੇ ਗੁਰੂ ਸਿੱਖਾਂ ਨੂੰ ਸਮਝਾਇਆ ਕਿ ਧਰਮ ਜੰਗਲਾਂ ਪਹਾੜਾਂ ਦੀਆਂ ਗੁਫਾਵਾਂ ਵਿੱਚ ਬਹਿ ਕੇ ਕਮਾਉਣ ਵਾਲੀ ਸ਼ੈ ਨਹੀਂ, ਬਲਕਿ ਇਹ ਸੰਸਾਰ ਰਣ ਖੇਤਰ ਵਿੱਚ ਵਿਚਰ ਕੇ ਕਮਾਇਆ ਜਾਣਾ ਬਣਦਾ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਇਸ ਤਰ੍ਹਾਂ ਸੀ। ਇਸ ਦ੍ਰਿਸ਼ਟਮਾਨ ਸੰਸਾਰ ਚੋਜ ਵਿਡਾਣੀ ਕਰਤਾ ਪੁਰਖ ਦਾ ਰਚਿਆ ਰਣ ਖੇਤਰ ਹੈ। ਇਸ ਵਿੱਚ ਨੇਕੀ ਬਦੀ, ਪ੍ਰਵਿਰਤੀ ਨਿਰਵਿਰਤੀ, ਸ਼ਿਵ ਸ਼ਕਤੀ,
ਲਿਵ ਧਾਤੂ ਆਦਿ ਪਰਸਪਰ ਖਿਲਾਫ ਤਰਫਾਂ ਦਰਤਾ ਪੁਰਖ ਨੇ ਆਪਣੀ ਰਜ਼ਾ ਵਿੱਚ ਬਣਾਈਆਂ ਹਨ। ਇਹ ਸੰਘਰਸ਼ ਸ੍ਰਿਸ਼ਟੀ ਦੇ ਆਦਿ ਕਾਲ ਤੋਂ ਮਨੁੱਖ ਦੇ ਅੰਦਰ ਅਤੇ ਬਾਹਰ ਨਿਰੰਤਰ ਹੁੰਦਾ ਹੈ। ਇਸ ਅੰਦਰਲੇ ਤੇ ਬਾਹਰਲੇ ਸੰਘਰਸ਼ ਵਿੱਚ ਗੁਰਪੀਰਾਂ ਦਾ ਥਾਪੜਾ ਲੈ ਕੇ ਬ੍ਰਹਮ ਅਗਨੀ ਪ੍ਰਜਵਲਿਤ ਕੀਤੀ, ਸੁਰਤੀ ਹਵਾਈ ਨਾਲ ਪ੍ਰੇਮ ਦਾ ਪਲੀਤਾ ਦਾਗ ਕੇ ਗਿਆਨ ਦਾ ਗੋਲਾ ਚਲਾਇਆ। ਗੁਰੂ ਕਾਲ ਤੋਂ ਮਗਰੋਂ ਮੀਰੀ ਪੀਰੀ ਦਾ ਇਤਿਹਾਸ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂਬਿਆਂ ਵਿੱਚ ਖਾਲਸਾ ਪੰਥ ਮੀਰੀ ਪੀਰੀ ਦਾ ਵਾਰਸ ਬਣਿਆ। 18ਵੀਂ ਸਦੀ ਦੇ ਬਿਖੜੇ ਸਮੇਂ ਵਿੱਚ ਖਾਲਸਾ ਪੰਥ ਨੇ ਅਧਿਆਤਮਕ ਅਗਵਾਈ ਅਤੇ ਵਿਵਹਾਰਕ ਅਗਵਾਈ ਜਾਂ ਪੀਰੀ ਤੇ ਮੀਰੀ ਦੀਆਂ ਬੇਮਿਸਾਲ ਰਵਾਇਤਾਂ ਕਾਇਮ ਕੀਤੀਆਂ। ਇਸ ਸ਼ਕਤੀ ਦੇ ਆਸਰੇ ਖਾਲਸਾ ਪੰਥ ਨੇ ਕਦੇ ਈਨ ਨਾ ਮੰਨੀ। 1733 ਈਸਵੀ ਵਿੱਚ ਮੁਗਲ ਸਰਕਾਰ ਨੇ ਸਿੰਘਾਂ ਤੋਂ ਪਿੱਛੋਂ ਛੁਡਾਉਣ ਲਈ ਨਵਾਬੀ ਪੇਸ਼ ਕੀਤੀ। ਗੁਰੂ ਬਖਸ਼ੀ ਮੀਰੀ ਪੀਰੀ ਦੇ ਸਰੂਰ ਵਿੱਚ ਮਸਤ ਗੁਰੂ ਕੇ ਤਿਆਗੀ ਸਿੰਘਾਂ ਵਿੱਚੋਂ ਨਵਾਬੀ ਮੰਨਣ ਲਈ ਰਜ਼ਾਮੰਦ ਨਾ ਹੋਇਆ। ਅਖੀਰ ਗੁਰਮਤਾ ਕਰਕੇ ਇਹ ਨਵਾਬੀ ਖਾਲਸੇ ਦੇ ਘੋੜਿਆਂ ਦੀ ਲਿੱਦ ਢੋਣ ਵਾਲੇ ਸੇਵਾ ਦੇ ਪੁੰਜ ਕਪੂਰ ਸਿੰਘ ਨੂੰ ਦਿੱਤੀ ਗਈ। ਨਵਾਬ ਕਪੂਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਰਬੱਤ ਖਾਲਸਾ ਇਕੱਤਰ ਕਰਕੇ ਦਰਪੇਸ਼ ਸਮੱਸਿਆਵਾਂ ਬਾਰੇ ਗੁਰਮਤਾ ਕਰਨ ਦੀ ਪ੍ਰਥਾ ਕਾਇਮ ਕੀਤੀ, ਜੋ ਸਿੱਖ ਮਿਸਲਾਂ ਦੇ ਸਮੇਂ ਤੱਕ ਜਾਰੀ ਰਹੀ। ਇਹ ਮੀਰੀ ਪੀਰੀ ਦੇ ਰਿਵਾਜ ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਖਾਲਸਾ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਸਾਜਨਾ 'ਤੇ ਇੱਕ ਆਲੋਚਨਾਤਮਕ ਨੋਟ ਲਿਖੋ ਜਾਂ ਖਾਲਸਾ ਦੀ ਸਾਜਨਾ ਦੇ ਕਾਰਨਾਂ ਤੇ ਮਹੱਤਤਾ ਦਾ ਵਿਸਥਾਰਪੂਰਵਕ ਵਰਣਨ ਕਰੋ। ਸਭ ਤੋਂ ਪਹਿਲਾਂ ਅਸੀਂ ਖਾਲਸਾ ਸ਼ਬਦ ਉੱਤੇ ਵਿਚਾਰ ਕਰਦੇ ਹਾਂ। ਡਾਕਟਰ ਰਤਨ ਸਿੰਘ ਜੱਗੀ ਨੇ ਵਿਸ਼ਵ ਕੋਸ਼ ਵਿੱਚ ਖਾਲਸਾ ਦੇ ਅਰਥ ਅਤੇ ਪ੍ਰਸੰਗਤਾ ਦੱਸਦਿਆਂ ਲਿਖਿਆ ਹੈ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਜੋ ਨਿਰੋਲ, ਸ਼ੁੱਧ ਜਾਂ ਮਿਲਾਵਟ ਤੋਂ ਉੱਪਰ ਹੋਵੇ। ਫਾਰਸੀ ਭਾਸ਼ਾ ਵਿੱਚ ਉਸ ਜ਼ਮੀਨ ਜਾਂ ਇਲਾਕੇ ਨੂੰ ਵੀ ਖਾਲਸਾ ਕਿਹਾ ਜਾਂਦਾ ਹੈ ਜੋ ਸਿੱਧੀ ਬਾਦਸ਼ਾਹ ਦੀ ਹੋਵੇ, ਕਿਸੇ ਜਾਗੀਰਦਾਰ ਦੀ ਨਾ ਹੋਵੇ। ਉਪਰੋਕਤ ਸ਼ਬਦ ਤੋਂ ਅਸੀਂ ਭਾਵ ਇਹ ਵੀ ਲੈਂਦੇ ਹਾਂ ਕਿ ਇਹ ਸ਼ਬਦ ਖਾਲਸ ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਮਿਲਾਵਟ ਤੋਂ ਰਹਿਤ। ਹੁਣ ਅਸੀਂ ਖਾਲਸਾ ਦੀ ਸਿਰਜਣਾ, ਕਾਰਨਾਂ, ਮਹੱਤਤਾ, ਸਿਧਾਂਤਾਂ ਆਦਿ ਦਾ ਵਰਣਨ ਕਰਦੇ ਹਾਂ। ਖਾਲਸਾ ਦੀ ਸਥਾਪਨਾ ਦੇ ਕਾਰਨ। ਖਾਲਸਾ ਪੰਥ ਦੀ ਸਥਾਪਨਾ ਦੇ ਲਈ ਜੋ ਹਾਲਤ ਜਾਂ ਕਾਰਨ ਜ਼ਿੰਮੇਵਾਰ ਹਨ, ਉਹਨਾਂ ਦਾ ਵਰਣਨ ਇਸ ਤਰ੍ਹਾਂ ਹੈ। ਰਾਜਨੀਤਿਕ ਹਾਲ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਦੀ ਰਾਜਨੀਤੀ ਹਾਲਤ ਬਹੁਤ ਖਰਾਬ ਸੀ। ਮੁਗਲਾਂ ਦੇ ਅਤਿਆਚਾਰ ਦਿਨੋਂ ਦਿਨ ਵੱਧਦੇ ਜਾ ਰਹੇ ਸਨ। ਭਾਰਤ ਦੀ ਹਿੰਦੂ ਜਨਤਾ ਲਈ ਜਿਉਣਾ ਮੁਸ਼ਕਿਲ ਹੋ ਗਿਆ ਸੀ। ਗੁਰੂ ਜੀ ਨੇ ਸਭ ਕੁਝ ਦੇਖ ਕੇ ਬਹੁਤ ਦੁਖੀ ਹੋਏ। ਕਾਫੀ ਸੋਚ ਵਿਚਾਰ ਕਰਨ ਮਗਰੋਂ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਮੁਗਲਾਂ ਦੇ ਅਤਿਆਚਾਰਾਂ ਤੋਂ ਬਚਣ ਲਈ ਅਤੇ ਆਪਣੇ ਸਨਮਾਨ ਨੂੰ ਬਚਾਉਣ ਲਈ ਸ਼ਸਤਰ ਉਠਾਉਣਾ ਜ਼ਰੂਰੀ ਹੈ। ਸੋ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਜਾਤ ਪਾਤ ਦੀ ਹੋਂਦ। ਭਾਰਤੀ ਸਮਾਜ ਵਿੱਚ ਉਸ ਸਮੇਂ ਤੱਕ ਵੀ ਬਹੁਤ ਸਾਰੀਆਂ ਬੁਰਾਈਆਂ ਪ੍ਰਚਲਿਤ ਸਨ। ਇਹਨਾਂ ਵਿੱਚੋਂ ਇੱਕ ਬੁਰਾਈ ਜਾਤ ਪਾਤ ਦੀ ਰੀਤ ਦੀ ਸੀ। ਡਾਕਟਰ ਗੰਡਾ ਸਿੰਘ ਅਨੁਸਾਰ ਜਾਤ ਪਾਤ ਕੌਮੀ ਏਕਤਾ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਰੋਕ ਸੀ। ਸ਼ੂਦਰਾਂ ਅਤੇ ਉੱਚ ਜਾਤਾਂ ਦੇ ਲੋਕਾਂ ਵਿਚਾਲੇ ਊਚ ਨੀਚ ਦੇ ਭੇਦ ਕਾਰਨ ਬਹੁਤ ਫਰਕ ਆ ਚੁੱਕਿਆ ਸੀ। ਇਸ ਫਰਕ ਨੂੰ ਮਿਟਾਉਣ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਜੱਟਾਂ ਦਾ ਸੁਭਾਅ। ਜੱਟਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਧਰਮ ਨੂੰ ਸਵੀਕਾਰ ਕਰ ਲਿਆ ਸੀ। ਇਹ ਲੋਕ ਸੁਭਾਅ ਤੋਂ ਹੀ ਲੜਾਕੇ ਸਨ। ਇੱਧਰ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਅਤਿਆਚਾਰਾਂ ਦਾ ਸਾਹਮਣਾ ਕਰਨ ਲਈ ਇੱਕ ਸੰਗਠਿਤ ਸੈਨਾ ਦੀ ਆਵਸ਼ਕਤਾ ਸੀ। ਇਸ ਲਈ ਉਹਨਾਂ ਨੇ ਖਾਲਸਾ ਦੀ ਸਥਾਪਨਾ ਕੀਤੀ ਤਾਂ ਕਿ ਜੱਟਾਂ 'ਤੇ ਕੰਟਰੋਲ ਬਣਿਆ ਰਹੇ ਅਤੇ ਉਹ ਮੁਗਲ ਅਤਿਆਚਾਰਾਂ ਦਾ ਡਟ ਕੇ ਸਾਹਮਣਾ ਕਰ ਸਕਣ। ਪਹਾੜੀ ਰਾਜਿਆਂ ਵੱਲੋਂ ਗੁਰੂ ਜੀ ਦਾ ਵਿਰੋਧ। ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨਾਲ ਮਿਲ ਕੇ ਅਤਿਆਚਾਰੀ ਮੁਗਲ ਸਾਮਰਾਜ ਵਿਰੁੱਧ ਇੱਕ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਸਨ, ਪਰ ਜਲਦੀ ਹੀ ਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਪਹਾੜੀ ਰਾਜਿਆਂ 'ਤੇ ਵਿਸ਼ਵਾਸ ਕਰਨਾ ਉਚਿਤ ਨਹੀਂ ਹੈ। ਅਨੇਕ ਮੌਕਿਆਂ 'ਤੇ ਪਹਾੜੀ ਰਾਜੇ ਗੁਰੂ ਜੀ ਵਿਰੁੱਧ ਮੁਗਲ ਸਰਕਾਰ ਨਾਲ ਜਾ ਮਿਲੇ। ਅਜਿਹੀ ਹਾਲਤ ਵਿੱਚ ਗੁਰੂ ਜੀ ਨੇ ਨਿਸ਼ਚਾ ਕਰ ਲਿਆ ਕਿ ਔਰੰਗਜ਼ੇਬ ਦੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ
ਆਪਣਾ ਸੈਨਿਕ ਦਲ ਹੋਣਾ ਚਾਹੀਦਾ ਹੈ। ਸੋ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਧਰਮ ਦੀ ਅੰਦਰੂਨੀ ਹਾਲਤ। ਖਾਲਸਾ ਪੰਥ ਦੀ ਸਥਾਪਨਾ ਦਾ ਇੱਕ ਹੋਰ ਕਾਰਨ ਸਿੱਖ ਧਰਮ ਦੀ ਖਰਾਬ ਅੰਦਰੂਨੀ ਹਾਲਤ ਸੀ। ਮੀਨੇ ਪੀਰ ਪੱਲੀਆਂ ਅਤੇ ਰਾਮ ਰਾਈਆਂ ਦੇ ਕੁਝ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਿਲਾਂ ਦੇ ਗੁਰੂਆਂ ਦੇ ਰਸਤੇ ਵਿੱਚ ਰੋਕਾਂ ਖੜੀਆਂ ਕਰਦੇ ਰਹਿੰਦੇ ਸਨ। ਰਾਮ ਰਾਈਆਂ ਅਤੇ ਧੀਰ ਮੱਲੀਆਂ ਤੋਂ ਤੰਗ ਆ ਕੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਇਹਨਾਂ ਬੁਰੇ ਲੋਕਾਂ ਤੋਂ ਸਿੱਖ ਧਰਮ ਦੀ ਰੱਖਿਆ ਕਰਨਾ ਚਾਹੁੰਦੇ ਸਨ। ਇਸ ਲਈ ਵੀ ਉਹਨਾਂ ਨੇ ਖਾਲਸਾ ਦੀ ਸਥਾਪਨਾ ਕੀਤੀ ਅਤੇ ਉਸ ਵਿੱਚ ਇਹਨਾਂ ਗੁਰੂ ਵਿਰੋਧੀ ਲੋਕਾਂ ਦੇ ਸੰਬੰਧੀਆਂ ਲਈ ਪ੍ਰਵੇਸ਼ ਦੀ ਮਨਾਹੀ ਕਰ ਦਿੱਤੀ ਗਈ। ਦੋਸ਼ਪੂਰਨ ਮਸੰਦ ਪ੍ਰਥਾ। ਗੁਰੂ ਅਰਜਨ ਦੇਵ ਜੀ ਦੇ ਸਮੇਂ ਮਸੰਦ ਭੇਟ ਇਕੱਠੀ ਕਰਨ ਦੇ ਨਾਲ ਪ੍ਰਚਾਰ ਕਾਰਜਾਂ ਵਿੱਚ ਵੀ ਬੜੇ ਸਹਾਇਕ ਸਿੱਧ ਹੁੰਦੇ ਸਨ। ਪਰ ਹੌਲੀ ਹੌਲੀ ਮਸੰਦ ਪ੍ਰਣਾਲੀ ਵਿੱਚ ਨੁਕਸ ਆਉਣ ਲੱਗ ਪਏ। ਉਹ ਹੁਣ ਭੇਟ ਵਿੱਚ ਆਏ ਧਨ ਆਦਿ ਦੀ ਦੁਰਵਰਤੋਂ ਕਰਨ ਲੱਗੇ ਸਨ। ਹੁਣ ਉਹ ਆਪਣੇ ਆਪ ਨੂੰ ਗੁਰੂ ਜੀ ਦੀ ਸੱਤਾ ਤੋਂ ਸੁਤੰਤਰ ਸਮਝਣ ਲੱਗੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਅਨੁਭਵ ਕੀਤਾ ਕਿ ਜਦ ਤੱਕ ਇਸ ਪ੍ਰਣਾਲੀ ਨੂੰ ਖਤਮ ਨਹੀਂ ਕੀਤਾ ਜਾਂਦਾ ਤਦ ਤੱਕ ਸਿੱਖ ਧਰਮ ਉੱਨਤੀ ਨਹੀਂ ਕਰ ਸਕਦਾ। ਸੋ ਗੁਰੂ ਜੀ ਨੇ ਮਸੰਦ ਪ੍ਰਥਾ ਨੂੰ ਖਤਮ ਕਰਨ ਲਈ ਇੱਕ ਨਵੇਂ ਵਰਗ ਖਾਲਸਾ ਦੀ ਸਥਾਪਨਾ ਕੀਤੀ। ਨਵੇਂ ਸੰਗਠਨ ਦੀ ਜ਼ਰੂਰਤ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿੱਖਾਂ ਨੂੰ ਆਪਣੀ ਅਲੱਗ ਭਾਸ਼ਾ, ਅਲੱਗ ਲਿਪੀ, ਵੱਖ ਧਰਮ ਸਥਾਨ ਅਤੇ ਵੱਖ ਧਾਰਮਿਕ ਗ੍ਰੰਥ ਪ੍ਰਾਪਤ ਹੋ ਚੁੱਕੇ ਸਨ। ਹੁਣ ਕੇਵਲ ਉਹਨਾਂ ਨੂੰ ਇੱਕ ਨਵੇਂ ਅਤੇ ਵੱਖਰੇ ਸੰਗਠਨ ਦੀ ਜ਼ਰੂਰਤ ਸੀ। ਸੰਗਠਨ ਦੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ। ਖਾਲਸਾ ਦੀ ਸਥਾਪਨਾ। 1699 ਈਸਵੀ ਵਿੱਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਸਿੱਖ ਧਰਮ ਦੇ ਅਨੁਯਾਈਆਂ ਦੀ ਇੱਕ ਮਹਾਨ ਸਭਾ ਬੁਲਾਈ। ਇਸ ਸਭਾ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋਂ ਲਗਭਗ 80,000 ਸਿੱਖ ਇਕੱਠੇ ਹੋਏ। ਜਦ ਤੱਕ ਲੋਕ ਸਭਾ ਵਿੱਚ ਬੈਠ ਗਏ ਤਾਂ ਗੁਰੂ ਜੀ ਸਭਾ ਵਿੱਚ ਪਧਾਰੇ। ਇਸ ਪਿੱਛੋਂ ਉਹਨਾਂ ਨੇ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਕੇ ਲਹਿਰਾਇਆ ਅਤੇ ਲਲਕਾਰ ਕੇ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਸਕੇ। ਇਹ ਸੁਣ ਕੇ ਸਭਾ ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ 3 ਵਾਰ ਦੁਹਰਾਇਆ। ਅੰਤ ਵਿੱਚ ਦਇਆ ਰਾਮ ਨਾਂ ਦੇ ਇੱਕ ਖੱਤਰੀ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਨਜ਼ਦੀਕ ਹੀ ਲੱਗੇ ਤੰਬੂ ਵਿੱਚ ਲੈ ਗਏ ਅਤੇ ਉਸ ਨੂੰ ਚੁੱਪਚਾਪ ਉੱਥੇ ਬੈਠੇ ਰਹਿਣ ਦਾ ਆਦੇਸ਼ ਦਿੱਤਾ। ਇਸ ਮਗਰੋਂ ਗੁਰੂ ਜੀ ਨੇ ਉੱਥੇ ਬੱਕਰੇ ਦੇ ਖੂਨ ਨਾਲ ਭਰੇ ਬਰਤਨ ਵਿੱਚ ਤਲਵਾਰ ਡੁਬੋਈ। ਇਹ ਵੀ ਕਿਹਾ ਜਾਂਦਾ ਹੈ ਕਿ ਤੰਬੂ ਵਿੱਚ 5 ਬੱਕਰੇ ਬੰਨੇ ਹੋਏ ਸਨ ਅਤੇ ਗੁਰੂ ਜੀ ਨੇ ਇੱਕ ਨੂੰ ਮਾਰ ਦਿੱਤਾ। ਕੁਝ ਚਿਰ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਵਿਅਕਤੀ ਦੇ ਸਿਰ ਦੀ ਮੰਗ ਕੀਤੀ। ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਨੇ ਇਹ ਕ੍ਰਮ 3 ਵਾਰ ਹੋਰ ਦੁਹਰਾਇਆ। ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਨੰਬਰਦਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਮ ਦੇ 3 ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ। ਅੰਤ ਵਿੱਚ ਗੁਰੂ ਜੀ 5 ਵਿਅਕਤੀਆਂ ਨੂੰ ਸਭਾ ਵਿੱਚ ਲਿਆਏ ਅਤੇ ਉਹਨਾਂ ਨੂੰ 5 ਪਿਆਰੇ ਨਾਮ ਦਿੱਤਾ। 5 ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ, ਜਿਸ ਨੂੰ ਖੰਡੇ ਦਾ ਪਾਹੁਲ ਕਿਹਾ ਜਾਂਦਾ ਹੈ।